ਜ਼ਫਰਨਾਮਾ ਸਿੱਖ ਇਤਿਹਾਸ ਦੇ ਵਿੱਚ ਬੜੇ ਕਮਾਲ ਦੀ ਅਹਿਮੀਅਤ ਰੱਖਦਾ ਹੈ। ਤੀਰ ਬਹੁਤ ਚਲਾਏ ਗਏ ਔਰੰਗਜ਼ੇਬ ਉੱਤੇ, ਤਲਵਾਰਾਂ ਬਹੁਤ ਚਲਾਈਆਂ ਗਈਆਂ, ਤੋਪਾਂ ਵੀ ਚੱਲੀਆਂ ਉਸ ਉੱਤੇ, ਬੰਦੂਕਾਂ ਵੀ ਚੱਲੀਆਂ ਉਸ ਉੱਤੇ, ਪਰ ਔਰੰਗਜ਼ੇਬ ਦਾ ਦਿਲ ਇਤਨਾ ਪੱਕਾ ਸੀ, ਜਿਗਰ ਉਤਨਾ ਪੱਕਾ ਸੀ, ਕਿਸਮਤ ਐਸੀ ਦੀ ਉਸਦੀ ਕਿ 49 ਸਾਲ ਉਹ ਜੰਗਾਂ ਯੁੱਧਾਂ ਵਿੱਚ ਰਿਹਾ, ਪਰ ਹਰ ਹਮਲੇ ਤੋਂ ਬਚਦਾ ਰਿਹਾ, ਹਰ ਤੀਰ ਤੋਂ ਬਚ ਗਿਆ, ਹਰ ਗੋਲੀ ਤੋਂ ਬਚ ਗਿਆ, ਹਰ ਤਲਵਾਰ ਤੋਂ ਬਚ ਗਿਆ, ਹਰ ਵਾਰ ਬਚ ਹੀ ਜਾਂਦਾ ਸੀ। ਕੁਝ ਲੋਕਾਂ ਦੇ ਦਿਲ ਕਮਜ਼ੋਰ ਹੁੰਦੇ ਨੇ, ਪਰ ਔਰੰਗਜ਼ੇਬ ਦਾ ਦਿਲ ਇਤਨਾ ਮਜ਼ਬੂਤ ਸੀ। ਆਪਣੇ ਬੁੱਢੇ ਪਿਤਾ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਪਿਆਸ ਨਾਲ ਤੜਪਦਾ ਹੋਇਆ ਦੇਖਦਾ ਹੈ, ਭੁੱਖ ਨਾਲ ਤੜਪਦਾ ਹੋਇਆ ਦੇਖਦਾ ਹੈ। ਇੱਥੇ ਤੱਕ ਕਿ ਹਕੀਮ ਜਦ ਉਸ ਦੇ ਤੜਪਣ ਦੀ ਦਵਾਈ ਕਰਨ ਦੀ ਕਹਿੰਦਾ ਹੈ ਤੇ ਔਰੰਗਜ਼ੇਬ ਉਸ ਨੂੰ ਦਵਾ ਤੱਕ ਨਹੀਂ ਦੇਣ ਦਿੰਦਾ। ਉਸ ਹਕੀਮ ਨੂੰ ਆਖਦਾ ਹੈ ਕਿ ਇਸ ਨੂੰ ਦਵਾ ਨਾ ਦੇ, ਇਸ ਨੂੰ ਜ਼ਹਿਰ ਦੇ ਦੇ। ਇਤਨਾ ਦਿਲ ਪੱਕਾ ਹੈ। ਆਪਣੇ ਭਰਾਵਾਂ ਦੀਆਂ ਲਾਸ਼ਾਂ ਨੂੰ ਆਪਣੀ ਅੱਖਾਂ ਦੇ ਸਾਹਮਣੇ ਟੁਕੜੇ ਟੁਕੜੇ ਕਰਵਾ ਦਿੰਦਾ ਹੈ। ਆਪਣੀ ਨਾਜ਼ੁਕ ਸੀ ਬੇਟੀ ਨੂੰ ਕਤਲ ਕਰਵਾ ਦਿੰਦਾ ਹੈ। ਉਸਦੀ ਵੱਡੀ ਭੈਣ ਜਹਾਨ ਆਰਾ, ਜਿਸ ਨੇ ਹਰ ਗੁਨਾਹ ਵਿੱਚ ਉਸ ਦਾ ਸਾਥ ਦਿੱਤਾ ਸੀ, ਬੇਸ਼ੱਕ ਉਹ ਪਿਤਾ ਨੂੰ ਗ੍ਰਿਫਤਾਰ ਕਰਵਾਉਣਾ ਹੋਵੇ, ਬੇਸ਼ੱਕ ਉਹ ਦਾਰਾ ਨੂੰ ਕਤਲ ਕਰਵਾਉਣਾ ਹੋਵੇ, ਸਾਧ ਸੁਜਾ ਨੂੰ ਹਾਥੀ ਦੇ ਥੱਲੇ ਰੁਲਵਾਉਣਾ ਹੋਵੇ, ਜ਼ੇਬੋ ਨਿਸ਼ਾਨ ਨੂੰ ਕਤਲ ਕਰਨ ਦੀ ਸਲਾਹ ਦੇਣੀ ਹੋਵੇ, ਜਹਾਨ ਆਰਾ ਹਰ ਕਤਲ ਵਿੱਚ, ਹਰ ਗੁਨਾਹ ਵਿੱਚ ਉਸ ਦੇ ਨਾਲ ਸੀ। ਪਰ ਜਦ ਵਕਤ ਆਇਆ, ਉਸਨੇ ਆਪਣੀ ਉਸ ਵੱਡੀ ਭੈਣ ਨੂੰ ਵੀ ਜ਼ਹਿਰ ਦੇ ਦਿੱਤਾ। ਮੈਂ ਇਹ ਸਭ ਇਸ ਲਈ ਸੁਣਾ ਰਿਹਾ ਤਾਂ ਕਿ ਪਤਾ ਲੱਗ ਜਾਏ ਕਿ ਦਿਲ ਕਿਤਨਾ ਮਜ਼ਬੂਤ ਸੀ ਉਸਦਾ, ਦਿਮਾਗ ਕਿਤਨਾ ਮਜ਼ਬੂਤ ਸੀ ਉਸਦਾ। 94 ਸਾਲ ਦੀ ਉਮਰ ਭੋਗੀ ਉਸਨੇ, ਵੱਡੇ ਤੋਂ ਵੱਡਾ ਦੁਖੜਾ ਉਸਨੇ ਉਠਾਇਆ। ਕਿਸੇ ਵੇਲੇ ਯੁਧਿਸ਼ਟਰ ਤੋਂ ਯਕਸ਼ਰਾਜ ਨੇ ਪੁੱਛਿਆ ਸੀ ਕਿ ਦੁਨੀਆ ਵਿੱਚ ਸਭ ਤੋਂ ਵੱਡਾ ਭਾਰ ਕਿਹੜਾ ਹੈ। ਯੁਧਿਸ਼ਟਰ ਨੇ ਜਵਾਬ ਦਿੱਤਾ ਸੀ ਕਿ ਇੱਕ ਪਿਤਾ ਦੇ ਮੋਢੇ ਉੱਤੇ ਪੁੱਤਰ ਦੀ ਅਰਥੀ ਇਸ ਦੁਨੀਆ ਦਾ ਸਭ ਤੋਂ ਵੱਡਾ ਭਾਰ ਹੈ। ਪਰ ਔਰੰਗਜ਼ੇਬ ਨੇ ਆਪਣੇ 3 ਪੁੱਤਰਾਂ ਦੇ ਜਨਾਜ਼ੇ ਆਪਣੇ ਮੋਢੇ 'ਤੇ ਉਠਾਏ। ਬੜਾ ਦਿਲ ਮਜ਼ਬੂਤ ਹੈ ਉਸਦਾ। ਪਿਤਾ ਦੇ ਜਨਾਜ਼ੇ ਨੂੰ ਕੰਧਾ ਤੱਕ ਨਹੀਂ ਉਸਨੇ ਦਿੱਤਾ, ਭਰਾਵਾਂ ਨੂੰ ਅੱਖਾਂ ਦੇ ਸਾਹਮਣੇ ਕਤਲ ਕਰਵਾਉਂਦਾ ਹੈ। ਇਤਨਾ ਦਿਲ ਮਜ਼ਬੂਤ ਹੈ ਉਸਦਾ। ਬੰਦਿਆਂ ਨੂੰ ਆਪਣੀ ਅੱਖਾਂ ਦੇ ਸਾਹਮਣੇ ਕੋਹਲੂ ਵਿੱਚ ਪੀੜਵਾਉਂਦਾ ਹੈ ਤੇ ਪੀੜਦਿਆਂ ਹੋਇਆ ਉਹਨਾਂ ਦੇ ਰਕਤ ਦੀ ਬੂੰਦ ਨੂੰ ਡਿੱਗਦਿਆਂ ਹੋਇਆ ਧਰਤੀ 'ਤੇ ਆਪ ਦੇਖਦਾ ਹੈ। ਐਸਾ ਉਸਦਾ ਦਿਲ ਹੈ। ਇਤਨਾ ਮਜ਼ਬੂਤ ਦਿਲ ਜੋ ਦੁਨੀਆ ਦੇ ਹਰ ਹਥਿਆਰ ਦੇ ਵਾਰ ਨੂੰ ਸਹਿ ਗਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਬੜਾ ਕੁਛ ਵਰਤਿਆ, ਪਰ ਹਰ ਕੁਛ ਸਹਿ ਗਿਆ ਉਹ। ਫਿਰ ਸਾਹਿਬ ਨੇ ਕਲਮ ਚਲਾਈ। ਕਟਾਰ ਕਿਰਪਾਨ ਸਾਹਿਬ ਬਹੁਤ ਚਲਾ ਚੁੱਕੇ ਸਨ, ਦੁਨੀਆ ਦੇ ਤਮਾਮ ਰਾਜੇ ਚਲਾ ਚੁੱਕੇ ਸਨ, ਪਰ ਔਰੰਗਜ਼ੇਬ ਫਿਰ ਵੀ ਜਿਉਂਦਾ ਸੀ। ਫਿਰ ਸਾਹਿਬ ਨੇ ਕਲਮ ਚਲਾਈ ਹੈ। ਲੋਕ ਆਖਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤੀਰ ਅੰਦਾਜ਼ੀ ਕਮਾਲ ਹੈ। 13 ਮੀਲ ਦੇ ਉੱਤੇ ਬੈਠ ਕੇ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਟੀਕ ਨਿਸ਼ਾਨਾ ਲਗਾ ਲੈਂਦੇ ਨੇ। 13 ਮੀਲ ਦੀ ਦੂਰੀ, ਇਤਨੀ ਦੂਰ ਤੋਂ ਵੀ ਸਟੀਕ ਨਿਸ਼ਾਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਲਗਾ ਲੈਂਦੇ ਨੇ। ਲੋਹੇ ਨਾਲ ਮੜੇ ਹੋਏ ਸ਼ਖਸ ਦੇ ਕੰਨ ਵਿੱਚ ਤੀਰ ਮਾਰ ਕੇ ਉਸ ਨੂੰ ਸ਼ਹੀਦ ਕਰ ਦਿੰਦੇ ਨੇ। ਇਤਨੇ ਨਿਸ਼ਾਨੇਬਾਜ਼। ਤਲਵਾਰ ਚਲਾਉਂਦੇ ਐਸੇ ਨੇ ਕਿ ਤਲਵਾਰ ਨਜ਼ਰ ਨਹੀਂ ਆਉਂਦੀ, ਕੇਵਲ ਵਾਰ ਨਜ਼ਰ ਆਉਂਦਾ ਹੈ, ਐਸੀ ਤਲਵਾਰ ਚਲਾਉਂਦੇ ਨੇ। ਘੋੜਸਵਾਰ ਮੇਰੇ ਸਾਹਿਬਾਂ ਵਰਗਾ ਕੋਈ ਨਹੀਂ ਹੋਇਆ, ਕੋਈ ਤੀਰਅੰਦਾਜ਼ ਸਾਹਿਬਾਂ ਵਰਗਾ ਨਹੀਂ ਹੋਇਆ, ਪਰ ਇਹ ਸਭ ਕੁਛ ਪਿੱਛੇ ਜੋ ਕਲਮ ਚਲਾਉਂਦੇ ਨੇ ਸਾਹਿਬ, ਸ਼ਾਇਦ ਵੈਸੀ ਕਲਮ ਵੀ ਕਿਸੇ ਨੇ ਨਹੀਂ ਚਲਾਈ। 18 ਪੁਰਾਣਾਂ ਦਾ ਉਲੱਥਾ, ਗੀਤਾ ਦਾ, ਰਾਮਾਇਣ ਦਾ,
महाभारत के 18 पर्वां दा साहिबां ने उलत्था करवाया। तमाम वेदां दा, सिमरतियां दा, शास्त्रां दा साहिबां ने उलत्था करवाया। पर अफसोस दुनिया ने केवल गुरु गोबिंद सिंह महाराज की तलवार दा वार देखिया। अफसोस के केवल तीरंदाजी दे हुनर देखे। अफसोस के केवल साहिबां दा नीला घोड़ा देखिया, सिर ते कलगी देखी, पर कलम दे कमाल नहीं देखे। लोग साहिबे कमाल आखदे ने गुरु गोबिंद सिंह महाराज नूं, पर असल कमाल उन्हां दी कलम दा है। जिन्हां ने उन्हां दी कलम दे कमाल नहीं देखे। होए ने बहुत सारे कवि जिन्हां ने उर्दू विच, फारसी विच कविता कीतियां ने, जिन्हां ने संस्कृत विच, ब्रज भाषा विच, बंगाली विच, तमिल तेलुगु विच कविता कीतियां ने, पर कमाल ने साहिबे कमाल हर भाषा विच ऐसी कविता करते हैं जिसका कोई तोड़ नहीं है। उन्हां दी बराबरी दा कोई नहीं है, ना तलवार चलाण विच, ना तीर चलवाउण विच, ना जंग करन विच, ना ही कलम चलाण विच। तुसी हुणे हुणे मंगलाचरण जो दास ने उच्चारण किया सुनिया है। साहिब कहते ने कमाल करामात कायम करीम। 4 अखर ने फारसी दे, चारे दे चारे इको अखर तो शुरू होंदे ने। इस नूं हिंदी विच अनुप्रास अलंकार आखदे ने। एक ही अखर तो उस पंक्ति दे सारे अखर शुरू हो जाण, इनू अनुप्रास अलंकार आखदे ने। साहिब ये अलंकार वरतदे ने। श्रावक सुध समूह सिधान के उत्थे भी ये अलंकार वरतदे ने। साहिबां दी कलम ऐसी है, वो उर्दू होवे, फारसी होवे, वो हिंदी होवे, संस्कृत होवे, ब्रज भाषा विच ऐसे ऐसे कमाल ने। दूसरी पंक्ति रजा बख्शो रोजी रहा कुन रहीम। पहली पंक्ति भी सारे दे सारे कक्के वरते ने, दूसरी पंक्ति भी सारे दे सारे रारे वरते ने। यह साहिबां दा कमाल है, एक ऐसा कमाल जो किसी होर विच लिखण नूं नहीं आंदा। चलो कवि बहुत सारे होए ने, कवियां दी खैर की गल करिए, पर जो साहिबां दी कलम ने कमाल कीता है। गुरु गोबिंद सिंह महाराज ने एक जंग 2 तरफा लड़ी है, जिन्हां नूं नहीं पता। पहली जंग ते हत्थ विच हथियार पकड़ा दिते, दूसरी जंग साहिबां ने कलम भी बराबर चलाई है। जितनी तलवार चलाई, जितनी कृपाण चलाई, जितनी तेग वहाई है, उतनी कलम भी वहाई है। महाभारत के 1.25 लाख श्लोकां दा उलत्था अपनी अखां दे सामने करवाया। रामायण दा, वेदां दे 17,000 श्लोकां दा उलत्था सतगुर आप करवाउंदे ने अपनी अखां दे सामने, जो जैसा सोहना कर सकदा है। महाभारत के 18 पर्व के अलग अलग लेखकों कोलों वो उलत्थे करवाते ने, जो जितना सोहना कर दिंदा है उसनूं वैसा इनाम दिंदे ने। गुरु गोबिंद सिंह जी महाराज कलम की भी उतनी कदर करते हैं जितनी कि तलवार की करते हैं, तेग की करते हैं, तो आप भी तो कलम कमाल की चलाते हैं। उन्हां दी कलम का जो नमूना है जफरनामा, एक ऐसा नमूना जो सीधा औरंगजेब के कलेजे नूं विन गया। उसनूं सारी जिंदगी ये एहसास ही नहीं सी होया कि मैं कोई गुनाह कर रहा, मैं कोई गलती कर रहा। उसनूं ते लगदा सी मैं जो कुछ कर रहा बिल्कुल ठीक कर रहा, बिल्कुल सही कर रहा, मैं कोई गलत काम कर ही नहीं रहा, मैं शरीयत विच रह रहा, मैं शरा विच रह रहा, मैं कुरान दे उत्ते ईमान लैके आउना, मैं बिल्कुल सही कर रहा। तो इस गल नूं तुसीं अपनी जिंदगी विच वरत के देखना। जब तक तुहानूं तुहाडी गलती का एहसास ना हो जाए, जां कोई तुहानूं गलत होने का एहसास ना करा दे, तुहानूं अपनी हर गलती सही लगती है। कर रहे हो ये गलत, की पता लगता है जेकर किसी ने दस्या ही नहीं तो साडे लई गलत ही सही हो जाता है। जिस दिन कोई आके दसदा है कि इसनूं इंज नहीं इंज कर, फिर पता लगता है ये तो काम ही बड़ा सौखा सी, बहुत काम सौखा सी। बहुत सारे लोग पहला चकमक पत्थरां नूं रगड़ रहिंदे सन, रगड़ते रगड़ते तां किते अग जाके बलदी सी। कोई सियाणा आया फास्फोरस के उत्ते तिल्ली रगड़ी ते अग बल गई। पहला कितना टाइम लगता सीगा रगड़न दे विच, 1000 साल आपां पत्थर रगड़ते रहे हैं, पत्थरां नूं रगड़ा रगड़ा के आपां अग बालते रहे हैं। किसी सियाणे ने कढ़ी तिल्ली जलाई ते अग बल गई। उस तो होर सियाणे हो गए, हुण ते आपां लाइटर दे हल्का जिहा जलाने तो गैस अग पकड़ लैंदी है। कई बारी जब तक कोई सानू बाहरों आके ना दसे नहीं पता लगता कि साडी गलती की है।
ਅਸੀਂ ਉਸੇ ਕੰਮ ਨੂੰ ਬਾਰ-ਬਾਰ ਕਰਦੇ ਰਹਿੰਦੇ ਹਾਂ, ਅਸੀਂ ਉਹੀ ਗਲਤੀ ਬਾਰ-ਬਾਰ ਦੁਹਰਾਉਂਦੇ ਰਹਿੰਦੇ ਹਾਂ। ਪਰ ਜਦ ਕੋਈ ਆ ਕੇ ਸਾਨੂੰ ਗਲਤੀ ਦਾ ਅਹਿਸਾਸ ਕਰਾਉਂਦਾ, ਉਦੋਂ ਪਤਾ ਲੱਗਦਾ ਹਾਏ ਮੈਂ ਹੁਣ ਤੱਕ ਕੀ ਕਰਦਾ ਰਿਹਾ, ਕਿਤਨਾ ਮੇਰੇ ਕੋਲ ਗੁਨਾਹ ਹੋ ਗਿਆ, ਕਿਤਨੇ ਮੈਂ ਕਤਲ ਕਰ ਦਿੱਤੇ ਨੇ। ਉਸ ਵੇਲੇ ਔਰੰਗਜ਼ੇਬ ਨੂੰ ਅਹਿਸਾਸ ਹੋਇਆ। 1705 ਵਿੱਚ ਇਹ ਚਿੱਠੀ ਉਸ ਨੂੰ ਮਿਲੀ ਹੈ ਅਤੇ 1705 ਵਿੱਚ ਹੀ ਉਹਦਾ ਭੋਗ ਪੈ ਗਿਆ। ਇਹ ਕਲਮ ਦਾ ਕਮਾਲ ਹੈ। ਉਸ ਨੂੰ ਆਪਣੇ ਹਰ ਇੱਕ ਗੁਨਾਹ ਦੀ ਤਸਵੀਰ ਨਜ਼ਰ ਆਈ। ਜੋ ਜੋ ਉਸਨੇ ਕੀਤੇ ਸਨ ਉਹ ਸਾਰੇ ਗੁਨਾਹ ਔਰੰਗਜ਼ੇਬ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਜ਼ਫਰਨਾਮੇ ਵਿੱਚ ਚੇਤੇ ਕਰਾਉਂਦੇ ਨੇ। ਸੋ ਦਾਸ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਗਮਨ ਪੁਰਬ ਆ ਰਿਹਾ ਹੈ। ਲੋਕਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਾਣਿਆ ਨਹੀਂ, ਸਮਝਿਆ ਨਹੀਂ, ਕੇਵਲ ਸੁਣਿਆ ਤੇ ਯਕੀਨ ਕਰ ਲਿਆ ਕਿ ਇਹ ਵੀ ਦੂਸਰੇ ਹੀ ਪੀਰਾਂ ਵਰਗਾ ਹੋਵੇਗਾ। ਜ਼ਫਰਨਾਮਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੋਚ ਨੂੰ ਸਾਹਮਣੇ ਰੱਖਦਾ ਹੈ। ਕੈਸਾ ਖਿਆਲ ਹੈ ਮੇਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ, ਕੈਸੇ ਉਹਨਾਂ ਦੀ ਸੋਚ ਹੈ, ਕੈਸੀ ਸੁਰਤ ਹੈ। ਜ਼ਫਰਨਾਮਾ ਉਸ ਬਾਰੇ ਦੱਸਦਾ ਹੈ। ਜੈਸਾ ਕਿ ਇਸ ਦਾਸ ਨੇ ਸਵੇਰੇ ਇਹਨਾਂ 3 ਸ਼ਲੋਕਾਂ ਦੀ ਵਿਚਾਰ ਕੀਤੀ ਸੀ, ਜੋ ਦਾਸ ਫਿਰ ਦੁਹਰਾਉਣਾ ਚਾਹੇਗਾ। ਸਾਹਿਬ ਕਹਿੰਦੇ ਨੇ ਮਾਰਾ ਐਤਬਾਰ ਹੈ ਬਾਰੀ ਕਸਮ ਨੇਸਤ ਕਿ ਏਜ਼ਦ ਗਵਾਸਤ ਯਜ਼ਦਾ ਯਕੇਸ਼ਤ। ਮੈਨੂੰ ਮਾਰਾ ਐਤਬਾਰ ਹੈ, ਮੇਰਾ ਐਤਬਾਰ ਬਾਰੀ ਕਸਮ ਨੇਸਤ, ਤੇਰੀ ਕਸਮ ਦੇ ਉੱਤੇ ਬਿਲਕੁਲ ਵੀ ਨਹੀਂ ਹੈ। ਤੂੰ ਖਾਂਦਾ ਰਵੇਂ ਕਸਮਾਂ ਪਰ ਮੇਰਾ ਯਕੀਨ ਉਸ ਉੱਤੇ ਨਹੀਂ ਹੈ, ਕਿਉਂਕਿ ਤੂੰ ਕਿਸੇ ਵੇਲੇ ਆਖਿਆ ਸੀ ਕਿ ਏਜ਼ਦ ਗਵਾਸਤ ਯਜ਼ਦਾ ਯਕੇਸ਼ਤ, ਤੇਰੀ ਅਤੇ ਮੇਰੀ ਮੁਲਾਕਾਤ ਦਾ ਖੁਦਾ ਗਵਾਹ ਹੈ। ਉਸ ਖੁਦਾ ਦੀ ਤੂੰ ਕਸਮਾਂ ਖਾਧੀਆਂ ਨੇ, ਤੂੰ ਉਸ ਖੁਦਾ ਨੂੰ ਗਵਾਹ ਬਣਾਇਆ ਹੈ। ਤੇ ਜੇ ਤੂੰ ਮੁਕਰ ਹੀ ਜਾਵੇਂ ਤੇ ਫਿਰ ਉਹ ਖੁਦਾ ਵੀ ਕੀ ਕਰੇਗਾ। ਉਸ ਨੂੰ ਯਾਦ ਕਰਾਉਂਦੇ ਨੇ ਤੂੰ ਖੁਦਾ ਦੀਆਂ ਕਸਮਾਂ ਖਾਧੀਆਂ ਨੇ, ਤੁਸੀਂ ਛੱਡ ਦਿਓ ਆਨੰਦਪੁਰ, ਤੁਹਾਨੂੰ ਕੋਈ ਕੁਛ ਨਹੀਂ ਆਖੇਗਾ। ਦੂਸਰਾ ਇਸ ਸ਼ਲੋਕ ਦੀ ਵਿਚਾਰ ਦਾਸ ਨੇ ਸਵੇਰੇ ਕੀਤੀ ਸੀ। ਦੂਸਰਾ ਸ਼ਲੋਕ ਸਾਹਿਬ ਉਚਾਰਨ ਕਰਦੇ ਨੇ ਨਾ ਕਤਰਾ ਮਾਰਾ ਐਤਬਾਰ ਹੈ ਬਰੋਸਤ। ਕਤਰ ਇੱਕ ਬੂੰਦ ਜਿਤਨਾ ਵੀ ਮੈਨੂੰ ਤੇਰੇ ਉੱਤੇ ਯਕੀਨ ਨਹੀਂ ਹੈ। ਮਾਰਾ ਐਤਬਾਰ ਹੈ ਬਰੋਸਤ, ਉਸ ਉੱਤੇ ਤੇਰੀ ਕਸਮ ਉੱਤੇ ਨਹੀਂ ਹੈ। ਕਿਉਂ ਨਹੀਂ ਹੈ ਯਕੀਨ ਤੇਰੀ ਮੈਨੂੰ ਕਸਮਾਂ ਉੱਤੇ ਕਿ ਬਖਸ਼ੀ ਵਦੀਵਾ ਹਮਾ ਕਿਜ਼ਬ ਗੋਸ਼ਤ, ਕਿ ਤੇਰੇ ਬਖਸ਼ੀ ਉਹ ਲੋਕ ਜੋ ਵਕੀਲ ਹੋਇਆ ਕਰਦੇ ਨੇ। ਸਰਕਾਰ 2 ਤਰ੍ਹਾਂ ਨਾਲ ਚੱਲਦੀ ਹੈ ਪਿਆਰੋ, ਇੱਕ ਸ਼ਾਸਨ, ਇੱਕ ਪ੍ਰਸ਼ਾਸਨ। ਸ਼ਾਸਨ ਵਿੱਚ ਆਉਂਦੇ ਨੇ ਮੰਤਰੀ, ਸ਼ਾਸਨ ਵਿੱਚ ਆਉਂਦੇ ਨੇ ਅਫਸਰ, ਤੇ ਪ੍ਰਸ਼ਾਸਨ ਵਿੱਚ ਆਉਂਦੇ ਨੇ ਪੁਲਿਸ ਵਾਲੇ ਲੋਕ ਜੋ ਕਿ ਸਮਝਾਉਣ ਦਾ ਕੰਮ ਕਰਦੇ ਹੋਣ, ਕਾਬੂ ਕਰਨ ਦਾ ਕੰਮ ਕਰਦੇ ਹੋਣ। ਸਾਹਿਬ ਕਹਿੰਦੇ ਨੇ ਤੇਰੇ ਬਖਸ਼ੀ, ਤੇਰੇ ਦੀਵਾਨ, ਤੇਰੇ ਮੰਤਰੀ, ਤੇਰੇ ਅਫਸਰ ਦੋਨੇ ਦੇ ਦੋਨੇ ਬੇਈਮਾਨ ਨੇ, ਮੈਂ ਕਿਸ ਦਾ ਐਤਬਾਰ ਕਰਾਂ। ਹਮਾ ਕਿਜ਼ਬ ਗੋਸ਼ਤ, ਝੂਠ ਬੋਲਣ ਵਾਲੇ ਨੇ, ਸਾਰੇ ਝੂਠ ਬੋਲਦੇ ਨੇ, ਕਿਸ ਦਾ ਮੈਂ ਐਤਬਾਰ ਕਰਾਂ। ਖਾਧੀਆਂ ਨੇ ਕਸਮਾਂ ਉਹਨਾਂ ਨੇ ਪਰ ਹਰ ਵਾਰ ਮੁੱਕਰ ਗਏ ਨੇ। ਗੁਰਦੇਵ ਆਖਦੇ ਨੇ ਕਸੇ ਕੌਲ ਕੁਰਾਂ ਕੁਨਦ ਐਤਬਾਰ। ਹੁਣ ਤੇਰੀ ਕਿਸ ਕਸਮ ਦਾ, ਤੇਰੇ ਕੌਲ ਦਾ, ਕੁਰਾਨ ਦੀ ਕਸਮ ਦਾ ਕੁਨਦ ਐਤਬਾਰ, ਕੌਣ ਐਤਬਾਰ ਕਰੇ। ਤੇ ਜਿਸਨੇ ਵੀ ਤੇਰੀ ਕਸਮਾਂ ਦਾ ਐਤਬਾਰ ਕੀਤਾ ਹੈ ਨਾ, ਅਸੀਂ ਦੇਖਿਆ ਹੈ ਹਮਾ ਰੋਜ਼ ਆਖਰ ਸ਼ਬਦ ਮਰਦ ਖਵਾਰ। ਅਖੀਰ ਨੂੰ ਜਿਸਨੇ ਵੀ ਤੇਰੀਆਂ ਕਸਮਾਂ ਉੱਤੇ ਯਕੀਨ ਕੀਤਾ ਹੈ ਨਾ, ਉਸ ਨੂੰ ਖਵਾਰ ਹੋਣਾ ਪਿਆ। ਰਾਜਾ ਮਿਰਜ਼ਾ ਜੈ ਸਿੰਘ, ਜਿਸਨੇ ਉਸ ਦੀ ਗੱਲ ਮੰਨ ਕੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਅਸਮ ਵੱਲ ਭੇਜਿਆ ਸੀ। ਜਿਸ ਰਾਜੇ ਮਿਰਜ਼ਾ ਜੈ ਸਿੰਘ ਨੇ ਉਸ ਦੇ ਕਹਿਣ ਉੱਤੇ ਪਤਾ ਨਹੀਂ ਕਿਤਨੀਆਂ ਕੁ ਜੰਗਾਂ ਲੜੀਆਂ ਸਨ, ਉਸ ਰਾਜੇ ਮਿਰਜ਼ੇ ਜੈ ਸਿੰਘ ਨੂੰ ਵੀ ਇਸ ਔਰੰਗਜ਼ੇਬ ਨੇ ਜ਼ਹਿਰ ਦੇ ਕੇ ਮਾਰ ਦਿੱਤਾ ਸੀ, ਕਿਉਂਕਿ ਇਸ ਨੂੰ ਲੱਗਦਾ ਸੀ ਕਿ ਇਹ ਮਿਰਜ਼ਾ ਜੈ ਸਿੰਘ ਗੁਰੂ ਤੇਗ ਬਹਾਦਰ ਜੀ ਮਹਾਰਾਜ ਨਾਲ ਮਿਲ ਗਿਆ ਹੈ ਤੇ ਮੇਰੇ ਸਲਤਨਤ ਨੂੰ ਇਹ ਹਥਿਆਣਾ ਚਾਹੁੰਦਾ ਹੈ। ਇਸ ਕਰਕੇ ਉਸ ਨੂੰ ਵੀ ਜ਼ਹਿਰ ਦੇ ਦਿੱਤਾ। ਇਸ ਦੀ ਆਪ ਦੀ ਸਗੀ ਭੈਣ ਨੇ ਇਸ ਦੇ ਉੱਤੇ ਯਕੀਨ ਕੀਤਾ ਸੀ, ਉਸ ਨੂੰ ਵੀ ਇਸਨੇ ਕਤਲ ਕਰ ਦਿੱਤਾ। ਸਾਹਿਬ ਆਖਦੇ ਨੇ ਜਿਸਨੇ ਵੀ ਤੇਰੀ ਕਸਮ ਉੱਤੇ ਐਤਬਾਰ ਕੀਤਾ ਹੈ, ਹਮਾ ਰੋਜ਼ ਆਖਰ ਸ਼ਬਦ ਮਰਦ ਖਵਾਰ, ਉਸ ਨੂੰ ਅਖੀਰ ਵਿੱਚ ਧੋਖਾ ਹੀ ਮਿਲਿਆ ਹੈ, ਉਸ ਨੂੰ ਅਖੀਰ ਵਿੱਚ ਤੜਪਣਾ ਪਿਆ ਹੈ। ਮੈਨੂੰ ਦੱਸ ਤਾਂ ਸਹੀ ਇਹ ਔਰੰਗਜ਼ੇਬ, ਹੁਣ ਕੌਣ ਤੇਰੀ ਕਸਮਾਂ ਦਾ ਐਤਬਾਰ ਕਰੇ। ਬੰਦਾ ਇੱਕ ਵਾਰੀ ਧੋਖਾ ਖਾਵੇ, 2 ਵਾਰੀ ਧੋਖਾ ਖਾਵੇ, ਤੂੰ ਤੇ ਹਰ ਵਾਰੀ ਧੋਖਾ ਦੇਣਾ ਹੈ।
तू इतनिਆਂ ਨੂੰ ਧੋਖਾ ਦਿੱਤਾ है जिन्हां ਦੀ कोई गिणती नहीं की जा सकती। हुण तेरी कसम उत्ते मैनू कतई एतबार नहीं है। पर मैं तैनूं एक गल होर दस दियां, हुमारा कसे शाया आयद बजीर। हुमा एक परिंदा है जिस दे बारे ये आख्या जाता है जिस दे साए थले कोई भी आ जाए। हुमा एक दैव पक्षी मन्निया जाता है अरबी दे विच। उन्हां दा ये मनना है इस परिंदे दे साए थले जो कोई भी आ गया वो शहनशाह बन जाता है। एक बारी जो उसके परछावे के थलों निकल गया वो दुनिया का शहनशाह हो जाता है। गुरुदेव आखदे ने हुमारा कसे साया आयद बजीर। जेकर कोई बंदा हुमा पक्षी दे साए थले आ जाए तो फिर उसनू बरो दस्त दारद ना जागे दलेर। फिर उसनू जागे तो भाव जागना नहीं है। जाग आखदे ने फारसी विच कां नूं। साहिब कहते ने जेकर कोई एक बारी हुमा पक्षी दे साए थले आ जाए, उस परिंदे दे साए हेठ आ जाए, फिर उसनू कां तड़पा नहीं सकते, फिर कां उसका कुछ बिगाड़ नहीं सकते। गुरबाणी विच साहिब आखदे ने कि जे कोई बंदा शेर की शरण लै लवे फिर उसनू गिदड़ डरा नहीं सकते। साहिब अगे आखदे ने कशे पुश्त उफ्तद पशे शेर नर। जेकर किसी की पिठ दे नाल लग के कसे पुश्त उफ्तद पशे शेर नर, कोई शेर खड़िया होवे किसी बंदे दे कोल। साहिब कहते हैं ना गीरद बुजो मेशो आहू गुजर। उसदे कोल दी बुजो भेडां मेशो बकरियां, ये भेड़ बकरियां उसदे कोल दी गुजर भी नहीं सकदियां। होवेगा तू धोखेबाज, होवेगा तू कातिल, पर मैनू उस परमात्मा दे उत्ते पूरा भरोसा है, वो मेरे नाल है। तैनू होवेगा अपनी फौजां दे उत्ते भरोसा, पर मैनू उस अकाल पुरख उत्ते भरोसा है। मैं इस इतना जानदा हाँ सिंह शरण कत जाइए जो जंबुक ग्रासै। मैं उस परिपूर्ण परमात्मा दा ओट आसरा लिया होया है। हुण तेरे वर्गे गिदड़, तेरे वर्गे कां, तेरे वर्गियां भेडां सानू डरा नहीं सकदियां। गुरुदेव आखदे ने कसम मुसहफे खुद अगर ई खुरम। कसम मुसहफे कुरान। जेकर कोई कुरान दी कसम खा लवे, अगर ई खुरम, खुरम तो भाव खाना, कोई उसदी कसम खा लवे, न फौजे अजीजेरे शुफ अफगनम। जेकर मैं भी तेरे वांगू उन्हां कसमां दा खा लैंदा, तू कुरान दियां कसमां खाना है, जेकर मैं भी वैसा ही करदा तो मैं कदे भी उस पहाड़ी दो थले कदम नहीं रखदा, मैं कदे आनंदपुर नहीं छड्डदा। मैनू तो लगदा सी कि तू इतना धर्म उत्ते भरोसा होण दा अडंबर रचदा है, थोड़ी जी तो इंसानियत तेरे अंदर भी होवेगी। कुरान दी कसम उत्ते तैनू थोड़ा बहुता तो एतबार होवेगा, तू कदे तो उसनू थोड़ा बहुता निभाएगा। मैं तेरी कसम उत्ते थोड़ा जा एतबार उदों कर लिया सी, जेकर मैं ना करदा एतबार फिर मैं कदे भी आनंदपुर ना छड्डदा। हुण गुरदेव कहिंदे ने मैं तेरी कसम उत्ते एतबार कीता, पर तू मेरे नाल की कीता? तेरे बख्शी व दीवा ने की कीता? तेरी फौज ने की कीता? गरशनै चेकारे कोनद चहल नर। उच्चा चहल नर 40 बंदे भुखे भाणे 6 महीने तो जिन्होंने राशन नहीं मिलया, वो बेचारे कर भी की सकते सी। जिन्हां उत्ते कि 10 लाख बारायद बारो बेखबर, जिन्हां उत्ते 10 लाख की फौज बिना कुछ दसे तो टुट पई होवे, वो भी उन्हां दे उत्ते जिन्हां ने तेरे उत्ते एतबार कीता। तेरियां ही कसमां उत्ते ते एतबार करके बाहर आए सी, तू इतनी जल्दी कसमां नूं तोड़ दिता, तू इतनी जल्दी वादियां तो खिलाफ हो गया, तू इतनी जल्दी वादे तोड़ दिते। की कर सकते सन वो 40 भुखे बंदे जिन्हां ने तेरी कसम उत्ते एतबार किया। साहिब कहते हैं कि पैमा शिकन बेदरंगा मदद। वो पैमा शिकन जिन्हां दे मथे उत्ते वट नहीं पे, उन अपनी कसमां नूं तोड़दिया होया
वो बेदरंग भाव इतनी जल्दी आ गए। बिना देर कीते हुए अपने कसमां नूं भुल गए, अपनियां कौलां नूं भुल गए, वो कुरान उत्ते हाथ रख के खादियां होईयां कसमां नूं भुल गए, वो हटे दियां गवां नूं भुल गए, वो सौहां नूं भुल गए। सब कुछ तोड़ के मया ते गतीरो तुफंग आमदंद, केवल कसमां ही नहीं तोड़ियां, तेग भी चलाई, तीर भी चलाए, तुफंग तो भाव है बंदूकां भी चलाइयां। सब कुछ लैके लुटण दे लई आ गए। ਉਹ ਜਿਨ੍ਹਾਂ ਨੇ ਆਖਿਆ ਸੀ ਨਾ ਆਨੰਦਪੁਰ ਛੱਡਣ ਵੇਲੇ, ਤੁਸੀਂ ਛੱਡ ਦਿਓ ਆਨੰਦਪੁਰ, ਅਸੀਂ ਤੁਹਾਨੂੰ ਕੁਛ ਨਹੀਂ ਕਵਾਂਗੇ, ਤੁਸੀਂ ਸਿਰਫ ਇਹ ਕਿਲਾ ਛੱਡ ਜਾਓ, ਜਿੱਥੇ ਮਰਜ਼ੀ ਤੁਸੀਂ ਚਲੇ ਜਾਓ, ਸਿਰਫ ਆਨੰਦਪੁਰ ਛੱਡ ਦਿਓ, ਅਸੀਂ ਕੁਛ ਨਹੀਂ ਆਖਾਂਗੇ। ਸਾਰੀ ਫੌਜ ਨੇ ਆਖਿਆ ਸੀ ਮਹਾਰਾਜ ਇਤਨੀਆਂ ਕਸਮਾਂ ਖਾ ਰਹੇ ਨੇ, ਛੱਡ ਦਿਓ। ਇਤਨੇ ਸਾਰੇ ਲੋਕ ਨੇ महाराज, इतने सारे तो नहीं ना झूठ बोल सकते, तुसी इन्हां दी गल मान लो। 6 महीने सानू भी हो गए ने, साडे तो भी रहा नहीं जाता, हुण तुसी अकेला छड्ड दिओ। साहिबा ने आखिया सी सारिआं नूं कि कुछ दिन होर रुक जाओ, ये चले जाणगे, उदों आपां भी चले जावांगे। क्योंकि साहिब जानते सन कि इधर आनंदपुर दे विच कुछ हज़ार लोकां नूं राशन मुहैया कराना कितना औखा है। 12 ते 10 लाख की फौज है, वो भी 6 महीने हो गए ने, उन्होंने भी तंगी है। पर अंदर पहली बारी ऐसा होया जदों जनमत इकट्ठा होया, गुरु गोबिंद सिंह महाराज नूं सारिआं ने मिल के आखिया, बेशक साहिबां नूं कतई एतबार नहीं औरंगजेब दीआं कसमां उत्ते, पर इतनी उस जनता ने इकट्ठा करके जनमत दे विच इकट्ठा करके साहिबां नूं आखिया महाराज छड्ड दिओ। साहिबां ने ज्यों आनंदपुर छड्डिया है, वो आखदे ने कि पैमा शिकन बेदरंग आमदंद, माया ते गतीरो तुफंग आमदंद। उन्होंने उसे वेले हमला कर दिता। गुरुदेव आखदे ने असी जंग नहीं चाहते, असी लड़ाई नहीं चाहते, असी ते शांति दे पुजारी सी। पर जद वो तीरो ते फंग लैके आ गए, बंदूकां नाल लैके आ गए, ते सानू भी बालाचारगी दरमिया आमदन बतदबीरो तेगो तुफंग आमदंद, सानू भी मजबूर हो के बंदूक उठाउणी पई, सानू भी मजबूर हो के तीर चलाउणे पे, सानू भी मजबूर हो के तलवार दे मुठे नूं हथ पाउणा पिया। चूंकारज हमा हिलते दर गुजस्त, हलालस्त बुरदन बशमशीर दस्त। असी सारे उपाय कर ले कि जंग ना होवे, जंग ना होवे, हर हीला वसीला असी वरत लिया, पर जद भी कुछ कम ना आया, फिर सानू मजबूरन तलवार दे मुठे नूं हथ पाउणा पिया। सो दास कोशिश करेगा कि इन्हां श्लोकां नूं गुरु गोबिंद सिंह महाराज दे पावन प्रकाश पुरब तक इन्हां दे विचार कीती जाए, क्योंकि गुरबाणी तो पढ़ी है पर कदे गुरु गोबिंद सिंह महाराज की बाणी नहीं पढ़ी, क्योंकि किते अरबी है, किते फारसी है, किते उर्दू है, किते संस्कृत वज भाषा के औखे बोलने। सो लोगों ने गुरु गोबिंद सिंह महाराज की बाणी नूं ना ते समझिया ना पढ़िया है। सो दास की कोशिश होवेगी इतने दिनों विच गुरु गोबिंद सिंह महाराज की सोच नूं सुरत नूं संगत के सामने रखा जाए जी। भुलां दी खिमा। वाहिगुरू जी का खालसा, वाहिगुरू जी की फतेह।